गुड मॉर्निंग टू ऑल ऑफ यू। मेरा नाम कमलप्रीत कौर है ਅਤੇ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲੀਆਂ ਅੰਮ੍ਰਿਤਸਰ ਵਿਖੇ ਬਤੌਰ ਵੋਕੇਸ਼ਨਲ ਟ੍ਰੇਨਰ ਐਗਰੀਕਲਚਰ ਸੇਵਾ ਨਿਭਾ ਰਹੀ ਹਾਂ। ਅੱਜ ਜੋ ਟੌਪਿਕ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਉਹ ਹੈ ਅਕਮੋਡੇਸ਼ਨ ਫॉर ਪੋਲਟਰੀ ਬਰਡਸ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਪੋਲਟਰੀ ਬਰਡਸ ਦੇ ਵਿੱਚ ਇਕੱਲੀ ਮੁਰਗੀਆਂ ਬਾਰੇ ਹੀ ਨਹੀਂ ਪੜ੍ਹਿਆ ਜਾਂਦਾ, ਜਦ ਕਿ ਇਸ ਵਿੱਚ ਹੋਰ ਕਈ ਤਰ੍ਹਾਂ ਦੇ ਪੰਛੀ ਆ ਜਾਂਦੇ ਹਨ, ਜਿਵੇਂ ਬੱਤਖ, ਟਰਕੀਜ਼, ਗ੍ਰੀਜ਼ ਫਾਊਲਸ ਆਦਿ। ਇਹ ਸਾਰੇ ਹੀ ਡੋਮੈਸਟੀਕੇਟਡ ਬਰਡਸ ਹਨ। ਅੱਜ ਦੇ ਸਮੇਂ ਵਿੱਚ ਇਹ ਇੱਕ ਬਹੁਤ ਹੀ ਜ਼ਰੂਰੀ ਵਿਸ਼ਾ ਬਣ ਚੁੱਕਾ ਹੈ, ਕਿਉਂਕਿ ਬਹੁਤ ਸਾਰੇ ਕਿਸਾਨ ਪੋਲਟਰੀ ਫਾਰਮਿੰਗ ਤੋਂ ਬਹੁਤ ਆਮਦਨ ਪੈਦਾ ਕਰ ਰਹੇ ਹਨ। ਅੱਜ ਅਸੀਂ ਦੇਖਾਂਗੇ ਕਿ ਪੋਲਟਰੀ ਬਰਡਸ ਦਾ ਘਰ ਬਣਾਉਂਦੇ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਓਪਰਚੁਨਿਟੀਜ਼ ਇਨ ਦੀ ਪੋਲਟਰੀ ਇੰਡਸਟਰੀ, ਜਿਸ ਤੋਂ ਭਾਵ ਹੈ ਕਿ ਪੋਲਟਰੀ ਇੰਡਸਟਰੀ ਵਿੱਚ ਸਾਨੂੰ ਕਿਹੜੇ-ਕਿਹੜੇ ਮੌਕੇ ਮਿਲਦੇ ਹਨ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੋਲਟਰੀ ਅੱਜ ਕੱਲ੍ਹ ਐਗਰੀਕਲਚਰ ਦਾ ਸਭ ਤੋਂ ਵੱਧ ਗਰੋਇੰਗ ਸੈਗਮੈਂਟ ਹੈ, ਕਿਉਂਕਿ ਬਹੁਤ ਸਾਰੇ ਛੋਟੇ ਕਿਸਾਨ ਇਸ ਤੋਂ ਬਹੁਤ ਜ਼ਿਆਦਾ ਫਾਇਦਾ ਉਠਾ ਰਹੇ ਹਨ। ਜੇ ਅਸੀਂ ਇਸ ਦੀ ਪ੍ਰੋਡਕਸ਼ਨ ਦੀ ਗੱਲ ਕਰੀਏ ਤਾਂ ਇਹ ਖੇਤੀਬਾੜੀ ਤੋਂ ਕਿਤੇ ਵੱਧ ਕੇ ਹੈ। ਜਿਵੇਂ ਕਿ ਹਰ ਸਾਲ ਖੇਤੀਬਾੜੀ ਵਿੱਚ 1.5 ਤੋਂ 2% ਪ੍ਰੋਡਕਸ਼ਨ ਵੱਧਦੀ ਹੈ, ਜਦ ਕਿ ਆਂਡਿਆਂ ਅਤੇ ਮੁਰਗੀਆਂ ਦੀ ਪ੍ਰੋਡਕਸ਼ਨ ਹਰ ਸਾਲ 8 ਤੋਂ 10% ਵੱਧ ਰਹੀ ਹੈ, ਜੋ ਕਿ ਕਿਤੇ ਲਾਹੇਵੰਦ ਹੈ। ਆਓ ਹੁਣ ਅਸੀਂ ਭਾਰਤ ਵਿੱਚ ਪੋਲਟਰੀ ਉਦਯੋਗ ਦੇ ਵਾਧੇ ਨੂੰ ਉਤਸ਼ਾਹਿਤ ਕਰਨ ਵਾਲੇ ਕੁਝ ਉਪਾਅ ਬਾਰੇ ਜਾਣੀਏ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਵਿੱਚ ਵੀ ਟੈਕਨੋਲੋਜੀ ਵਿੱਚ ਵਾਧਾ ਹੋ ਚੁੱਕਾ ਹੈ। ਇਸੇ ਤਰ੍ਹਾਂ ਪੋਲਟਰੀ ਵਿੱਚ ਵੀ ਟੈਕਨੋਲੋਜੀ ਦੀ ਵਰਤੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਜਾ ਰਹੀ ਹੈ। ਭਾਰਤ ਵਿੱਚ ਪੋਲਟਰੀ ਉਦਯੋਗ ਵਿੱਚ ਆਧੁਨਿਕ ਟੈਕਨੋਲੋਜੀ ਦੀ ਵਰਤੋਂ ਕਰਕੇ ਪੰਛੀਆਂ ਤੋਂ ਤਾਜ਼ੇ, ਠੰਡੇ ਅਤੇ ਠੰਡੇ ਪੋਲਟਰੀ ਉਤਪਾਦ ਬਾਜ਼ਾਰ ਵਿੱਚ ਤਬਦੀਲ ਹੋਣ ਕਾਰਨ ਨਿਰੰਤਰ ਵਾਧਾ ਹੋ ਰਿਹਾ ਹੈ। ਅੱਜ ਦੇ ਸਮੇਂ ਵਿੱਚ ਭਾਰਤ ਵਿੱਚ ਪੋਲਟਰੀ ਪਾਲਣ ਦੇ ਨਵੇਂ ਕਾਰਜਾਂ ਦਾ ਇੱਕ ਨਵਾਂ ਰਸਤਾ ਸ਼ੁਰੂ ਹੋ ਗਿਆ ਹੈ, ਜਿਸ ਤੋਂ ਬਹੁਤ ਸਾਰੇ ਪੋਲਟਰੀ ਫਾਰਮਰ ਫਾਇਦਾ ਲੈ ਰਹੇ ਹਨ। ਸਰਕਾਰ ਵੱਲੋਂ ਵੀ ਕੁਝ ਅਜਿਹੀਆਂ ਨੀਤੀਆਂ ਬਣਾਈਆਂ ਗਈਆਂ ਹਨ, ਜਿਸ ਵਿੱਚ ਮੱਕੀ ਅਤੇ ਸੋਇਆਬੀਨ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ, ਤਾਂ ਕਿ ਪੋਲਟਰੀ ਦੀ ਫੀਡ ਵਿੱਚ ਕੋਈ ਕਮੀ ਨਾ ਆਵੇ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜ ਕੱਲ੍ਹ ਰੁਜ਼ਗਾਰ ਵਿੱਚ ਬਹੁਤ ਜ਼ਿਆਦਾ ਕਮੀ ਆ ਰਹੀ ਹੈ, ਪਰ ਪੋਲਟਰੀ ਕਿਸਾਨਾਂ ਨੂੰ ਰੁਜ਼ਗਾਰ ਦੇਣ ਵਿੱਚ ਬਹੁਤ ਸਹਾਈ ਹੋ ਰਿਹਾ ਹੈ। ਜਿਵੇਂ ਇੱਕ ਅੰਡੇ ਜਾਂ 50 ਗ੍ਰਾਮ ਪੋਲਟਰੀ ਮੀਟ ਦੀ ਪ੍ਰਤੀ ਵਿਅਕਤੀ ਖਪਤ ਵਿੱਚ ਵਾਧਾ ਅੰਦਾਜ਼ਨ 25,000 ਵਾਧੂ ਨੌਕਰੀਆਂ ਪੈਦਾ ਕਰਦਾ ਹੈ। ਅੱਜ ਕੱਲ੍ਹ ਵੱਧ ਰਹੀਆਂ ਸਿਹਤ ਸੰਬੰਧੀ ਬਿਮਾਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੋਲਟਰੀ ਸੈਕਟਰ ਵਿੱਚ ਹੁਣ ਤਾਜ਼ਾ ਡਿਜ਼ਾਈਨਰ ਅੰਡੇ ਪੈਦਾ ਕੀਤੇ ਜਾਂਦੇ ਹਨ, ਜੋ ਕਿ ਓਮੇਗਾ 3 ਫੈਟੀ ਐਸਿਡ ਨਾਲ ਭਰਪੂਰ ਹੁੰਦੇ ਹਨ। ਇਹਨਾਂ ਵਿੱਚ ਚਰਬੀ ਅਤੇ ਕੋਲੇਸਟ੍ਰੋਲ ਦਾ ਪੱਧਰ ਕਾਫੀ ਘੱਟ ਹੁੰਦਾ ਹੈ। ਰੋਲਸ ਐਂਡ ਫੰਕਸ਼ਨਸ ਆਫ ਆ ਸਮਾਲ ਪੋਲਟਰੀ ਫਾਰਮਰਸ, ਇਸ ਤੋਂ ਭਾਵ ਹੈ ਕਿ ਛੋਟੇ ਪੋਲਟਰੀ ਕਿਸਾਨ ਪੋਲਟਰੀ ਇੰਡਸਟਰੀ ਵਿੱਚ ਕੀ ਭੂਮਿਕਾ ਨਿਭਾ ਰਹੇ ਹਨ। ਛੋਟੇ ਪੱਧਰ 'ਤੇ ਚੱਲ ਰਹੇ ਪੋਲਟਰੀ ਫਾਰਮ ਆਮ ਤੌਰ 'ਤੇ ਪਰਿਵਾਰਕ ਲੇਬਰ ਦੀ ਵਰਤੋਂ ਕਰਕੇ ਅਤੇ ਸਥਾਨਕ ਤੌਰ 'ਤੇ ਉਪਲਬਧ ਫੀਡ ਸਰੋਤਾਂ ਦੀ ਵਰਤੋਂ ਕਰਕੇ ਇੱਕ ਸੁਤੰਤਰ ਰੂਪ ਵਿੱਚ ਵੀ ਪੋਲਟਰੀ ਫਾਰਮ ਚਲਾ ਲੈਂਦੇ ਹਨ। ਇਸ ਵਿੱਚ ਪੰਛੀ ਆਪਣਾ ਖਾਣਾ ਤੁਰ ਫਿਰ ਕੇ ਖੁਦ ਵੀ ਲੱਭ ਸਕਦੇ ਹਨ। ਇਸ ਵਿੱਚ ਛੋਟਾ ਪੋਲਟਰੀ ਕਿਸਾਨ ਆਪਣੇ ਪੋਲਟਰੀ ਫਾਰਮ ਲਈ ਸਾਰੇ ਵਿਹਾਰਕ ਫੈਸਲੇ ਆਪ ਹੀ ਕਰਦਾ ਹੈ ਅਤੇ ਪੋਲਟਰੀ ਪੰਛੀਆਂ ਦੀ ਸਿਹਤ, ਉਤਪਾਦਕਤਾ, ਮੀਟ, ਆਂਡੇ ਦੀ ਉਤਪਾਦਨ ਅਤੇ ਉਤਪਾਦ ਦੀ ਮਾਰਕੀਟਿੰਗ ਦੀ ਸਹੀ ਦੇਖਭਾਲ ਨੂੰ ਆਪ ਯਕੀਨੀ ਬਣਾਉਂਦਾ ਹੈ। ਹੁਣ ਜੇ ਅਸੀਂ ਉਹਨਾਂ ਦੇ ਕੰਮਾਂ ਦਾ ਵੇਰਵਾ ਲਈਏ ਤਾਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਇਹ ਛੋਟੇ ਪੋਲਟਰੀ ਕਿਸਾਨ ਉਤਪਾਦਕਤਾ ਵਿੱਚ ਵਾਧਾ ਕਰ ਰਹੇ ਹਨ, ਕੱਟ ਮੀਟ ਅਤੇ ਅੰਡੇ ਦੀ ਮੰਗਾਂ ਨੂੰ ਪੂਰਾ ਕਰਨ ਦੀ ਸਮਰੱਥਾ ਰੱਖਦੇ ਹਨ। ਇਹ ਬਹੁਤ ਹੀ ਘੱਟ ਇਨਪੁਟ ਦੀ ਵਰਤੋਂ ਕਰਕੇ ਪ੍ਰੋਡਕਸ਼ਨ ਨੂੰ ਵਧਾਉਂਦੇ ਹਨ। ਇਹ ਛੋਟੇ ਪੋਲਟਰੀ ਕਿਸਾਨ ਮੀਟ ਅਤੇ ਆਂਡੇ ਦੀ ਵਿਕਰੀ ਕਰਕੇ ਇੱਕ ਵਧੀਆ ਆਮਦਨ ਦਾ ਸਰੋਤ ਪੈਦਾ ਕਰ ਰਹੇ ਹਨ। ਇਹਨਾਂ ਦਾ ਮੁੱਖ ਮਕਸਦ ਹੈ ਕਿ ਇੱਕ ਵਧੀਆ ਆਮਦਨ ਨੂੰ ਪੈਦਾ ਕਰਨਾ। ਹੁਣ ਜਿਵੇਂ ਅਸੀਂ ਇਸ ਤਸਵੀਰ ਵਿੱਚ ਵੇਖ ਰਹੇ ਹਾਂ ਕਿ ਕਿਵੇਂ ਛੋਟੇ ਪੋਲਟਰੀ ਕਿਸਾਨਾਂ ਨੇ ਆਪਣੇ ਘਰਾਂ ਵਿੱਚ ਹੀ ਛੋਟੇ-ਛੋਟੇ ਪੋਲਟਰੀ ਫਾਰਮ ਖੋਲ੍ਹੇ ਹਨ ਅਤੇ ਇਸ ਤੋਂ ਆਪਣੀ ਆਮਦਨ ਪੈਦਾ ਕਰ ਰਹੇ ਹਨ।
ਹੁਣ ਅਸੀਂ ਵੇਖਾਂਗੇ ਕਿ ਲੇਆਊਟ ਆਫ ਅ ਪੋਲਟਰੀ ਫਾਰਮ। ਲੇਆਊਟ an arrangement or plan, especially the systematic arrangement of parts or areas। ਇਸ ਤੋਂ ਭਾਵ ਹੈ ਕਿ ਇੱਕ ਪ੍ਰਬੰਧ ਜਾਂ ਯੋਜਨਾ, ਜਾਨੀ ਕਿ ਕਿਸੇ ਖਾਸ ਹਿੱਸੇ ਜਾਂ ਖੇਤਰ ਦਾ ਯੋਜਨਾਬੱਧ ਪ੍ਰਬੰਧ ਕਰਨਾ। ਲੇਆਊਟ ਆਫ ਅ ਪੋਲਟਰੀ ਹਾਊਸ, ਇਸੇ ਤਰ੍ਹਾਂ ਪੋਲਟਰੀ ਘਰ ਦੀ ਵੀ ਇੱਕ ਲੇਆਊਟ ਹੁੰਦੀ ਹੈ ਜੋ ਕਿ ਵੱਡੇ ਪੋਲਟਰੀ ਹਾਊਸ ਦੀ ਹੁੰਦੀ ਹੈ। ਇੱਕ ਛੋਟੇ ਆਕਾਰ ਦੇ ਪੋਲਟਰੀ ਫਾਰਮ ਵਿੱਚ ਕਿਸੇ ਵੀ ਵਿਸ਼ੇਸ਼ ਲੇਆਊਟ ਜਾਂ ਪ੍ਰਬੰਧ ਦੀ ਵਰਤੋਂ ਨਹੀਂ ਕੀਤੀ ਹੁੰਦੀ, ਕਿਉਂਕਿ ਇਹ ਘਰ ਦੀ ਉਸਾਰੀ ਵਿੱਚ ਨਾਲ ਹੀ ਸ਼ਾਮਿਲ ਹੁੰਦੇ ਹਨ। ਇਹ ਬਹੁਤ ਹੀ ਛੋਟੇ ਪੱਧਰ 'ਤੇ ਛੋਟੇ ਕਿਸਾਨਾਂ ਰਾਹੀਂ ਚਲਾਏ ਜਾਣ ਵਾਲੇ ਪੋਲਟਰੀ ਹਾਊਸ ਹੁੰਦੇ ਹਨ। ਪਰ ਦੂਸਰੇ ਸਾਈਡ 'ਤੇ ਅਸੀਂ ਵੇਖੀਏ ਤਾਂ ਦਰਮਿਆਨੇ ਅਤੇ ਵੱਡੇ ਆਕਾਰ ਦੇ ਖੇਤਰਾਂ ਵਿੱਚ ਪੋਲਟਰੀ ਵਾਸਤੇ ਇੱਕ ਵੱਖਰੀ ਇਮਾਰਤ ਤਿਆਰ ਕੀਤੀ ਜਾਂਦੀ ਹੈ, ਜਿਸ ਵਿੱਚ ਇੱਕ ਯੋਜਨਾਬੱਧ ਪ੍ਰਬੰਧ ਦੀ ਲੋੜ ਪੈਂਦੀ ਹੈ, ਜੋ ਕਿ ਇੱਕ ਪੋਲਟਰੀ ਹਾਊਸ ਦੀ ਉਸਾਰੀ ਲਈ ਬਹੁਤ ਜ਼ਰੂਰੀ ਹੈ। ਹੁਣ ਜਿਵੇਂ ਕਿ ਇਸ ਤਸਵੀਰ ਵਿੱਚ ਅਸੀਂ ਵੇਖਦੇ ਹਾਂ ਕਿ ਪੋਲਟਰੀ ਹਾਊਸ ਵਿੱਚ ਹਰ ਚੀਜ਼ ਦਾ ਬਹੁਤ ਹੀ ਬਰੀਕੀ ਨਾਲ ਧਿਆਨ ਰੱਖਿਆ ਜਾਂਦਾ ਹੈ। ਇਸ ਦੀ ਉਚਾਈ, ਲੰਬਾਈ, ਦਿਸ਼ਾ, ਦਰਵਾਜ਼ਾ, ਕੰਧਾਂ ਸਭ ਕੁਝ ਹੀ ਲੇਆਊਟ ਦਾ ਹਿੱਸਾ ਹੁੰਦੀਆਂ ਹਨ। ਪਹਿਲੀ ਤਸਵੀਰ ਵਿੱਚ ਅਸੀਂ ਵੇਖਦੇ ਹਾਂ ਕਿ ਕਿਸ ਤਰ੍ਹਾਂ ਲੇਆਊਟ ਬਣਾਉਣੀ ਚਾਹੀਦੀ ਹੈ। ਦੂਸਰੀ ਤਸਵੀਰ ਵਿੱਚ ਇੱਕ ਛੋਟਾ ਜਿਹਾ ਪੋਲਟਰੀ ਹਾਊਸ ਬਣਿਆ ਹੈ ਅਤੇ ਤੀਸਰੀ ਤਸਵੀਰ ਵਿੱਚ ਅਸੀਂ ਵੇਖਦੇ ਹਾਂ ਕਿ ਕਿੰਨੇ ਪੋਲਟਰੀ ਬਰਡ ਵਿੱਚ ਰੱਖੇ ਹੋਏ ਹਨ। ਇਹ ਸਾਰਾ ਕੁਝ ਹੀ ਪੋਲਟਰੀ ਦੀ ਗਿਣਤੀ 'ਤੇ ਡਿਪੈਂਡ ਕਰਦਾ ਹੈ। ਅਗਲੀ ਸਲਾਈਡ ਵਿੱਚ ਅਸੀਂ ਵੇਖਾਂਗੇ ਦੀ ਬੇਸਿਕ ਪ੍ਰਿੰਸੀਪਲਸ ਟੂ ਬੀ ਅਬਜ਼ਰਵਡ ਫॉर ਲੇਆਊਟ, ਜਿਸ ਤੋਂ ਭਾਵ ਹੈ ਕਿ ਪੋਲਟਰੀ ਫਾਰਮ ਦੀ ਲੇਆਊਟ ਦੇ ਮੁੱਢਲੇ ਸਿਧਾਂਤ ਕੀ ਹਨ। ਲੇਆਊਟ ਸ਼ੁੱਡ ਨਾਟ ਅਲਾਉ ਵਿਜ਼ਟਰਸ ਔਰ ਆਊਟਸਾਈਡ ਵਹੀਕਲਸ ਨੀਅਰ ਦੀ ਬਰਡਸ, ਜਾਨੀ ਕਿ ਪੋਲਟਰੀ ਫਾਰਮ ਵਿੱਚ ਯਾਤਰੀਆਂ ਦੇ ਆਉਣ ਜਾਂ ਉਹਨਾਂ ਦੇ ਵਹੀਕਲਸ ਆਉਣ ਦੀ ਅਨੁਮਤੀ ਨਹੀਂ ਹੋਣੀ ਚਾਹੀਦੀ। ਪੋਲਟਰੀ ਸ਼ੈੱਡ ਇੱਕ ਅਜਿਹੀ ਜਗ੍ਹਾ 'ਤੇ ਹੋਣਾ ਚਾਹੀਦਾ ਹੈ ਜਿੱਥੋਂ ਤਾਜ਼ੀ ਹਵਾ ਦੇ ਆਰ-ਪਾਰ ਹੋਣਾ ਬਹੁਤ ਜ਼ਰੂਰੀ ਹੈ ਅਤੇ ਜਿਸ ਵਿੱਚ ਪੰਛੀਆਂ ਨੂੰ ਬਿਮਾਰੀ ਫੈਲਣ ਤੋਂ ਬਚਾਇਆ ਜਾ ਸਕੇ, ਜੋ ਕਿ ਇੱਕ ਬਹੁਤ ਹੀ ਜ਼ਰੂਰੀ ਗੱਲ ਹੈ ਲੇਆਊਟ ਬਣਾਉਂਦੇ ਸਮੇਂ। There should be a minimum distance of 50 to 100 feet between chick and grower shed, and the distance between grower and layer sheds should be minimum 100 meter। ਜਾਨੀ ਕਿ ਛੋਟੇ ਚੂਚਿਆਂ ਅਤੇ ਉਤਪਾਦਕ ਸ਼ੈੱਡ ਵਿਚਕਾਰ ਘੱਟੋ ਘੱਟ 50 ਤੋਂ 100 ਫੁੱਟ ਦੀ ਦੂਰੀ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਉਤਪਾਦਨ ਅਤੇ ਲੇਅਰ ਸ਼ੈੱਡਾਂ ਵਿਚਕਾਰ ਘੱਟੋ ਘੱਟ 100 ਫੁੱਟ ਦੀ ਦੂਰੀ ਹੋਣੀ ਬਹੁਤ ਜ਼ਰੂਰੀ ਹੈ। The egg store room, office room and the feed store room should located near the entrance to minimize the movement of people around the poultry sheds। ਪੋਲਟਰੀ ਸ਼ੈੱਡ ਦੇ ਆਸ-ਪਾਸ ਲੋਕਾਂ ਦੀ ਆਵਾਜਾਈ ਨੂੰ ਘਟਾਉਣ ਲਈ ਐਗ ਸਟੋਰ ਰੂਮ, ਆਫਿਸ ਰੂਮ ਅਤੇ ਫੀਡ ਸਟੋਰ ਰੂਮ ਐਂਟਰੈਂਸ ਦੇ ਕੋਲ ਹੋਣਾ ਚਾਹੀਦਾ ਹੈ ਤਾਂ ਕਿ ਹੋਣ ਵਾਲੀਆਂ ਗਤੀਵਿਧੀਆਂ ਦਾ ਪਤਾ ਲੱਗ ਸਕੇ। The disposal pit and sick room should be constructed only at the extreme end of the site। ਡਿਸਪੋਜ਼ਲ ਪਿਟ ਅਤੇ ਬਿਮਾਰ ਕਮਰੇ ਨੂੰ ਸ਼ੈੱਡ ਦੇ ਅਖੀਰਲੇ ਸਿਰੇ 'ਤੇ ਹੋਣਾ ਚਾਹੀਦਾ ਹੈ ਤਾਂ ਕਿ ਤੰਦਰੁਸਤ ਪਸ਼ੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਾ ਲੱਗੇ ਅਤੇ ਉਹਨਾਂ ਨੂੰ ਬਿਮਾਰ ਪਸ਼ੂਆਂ ਤੋਂ ਬਚਾਇਆ ਜਾ ਸਕੇ, ਜੋ ਕਿ ਇੱਕ ਬਹੁਤ ਹੀ ਜ਼ਰੂਰੀ ਗੱਲ ਹੈ ਜਿਸ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਕਲਾਈਮੈਟਿਕ ਫੈਕਟਰਸ ਇਨ ਦੀ ਪੋਲਟਰੀ ਫਾਰਮ। ਕਲਾਈਮੈਟਿਕ ਫੈਕਟਰਸ ਜਾਨੀ ਕਿ ਮੌਸਮ ਦੇ ਕਾਰਕ। ਇਹਨਾਂ ਸਭ ਤੋਂ ਅਸੀਂ ਬਹੁਤ ਚੰਗੀ ਤਰ੍ਹਾਂ ਜਾਣੂ ਹਾਂ ਕਿ ਕਿਵੇਂ ਤਾਪਮਾਨ, ਤੁਲਨਾਤਮਕ ਨਮੀ, ਰੌਸ਼ਨੀ ਆਦਿ ਆਪਣਾ ਪ੍ਰਭਾਵ ਪੋਲਟਰੀ ਫਾਰਮ 'ਤੇ ਪਾਉਂਦੇ ਹਨ। ਸਭ ਤੋਂ ਪਹਿਲਾਂ ਅਸੀਂ ਤਾਪਮਾਨ ਬਾਰੇ ਜਾਣਾਂਗੇ। ਪੋਲਟਰੀ ਪੰਛੀ ਦੇ ਸਰੀਰ ਦਾ ਤਾਪਮਾਨ ਸਭ ਤੋਂ ਵੱਧ ਹੁੰਦਾ ਹੈ। ਇਹ 41 ਡਿਗਰੀ ਸੈਲਸੀਅਸ ਤੋਂ 42.2 ਡਿਗਰੀ ਸੈਲਸੀਅਸ ਦੇ ਵਿਚਕਾਰ ਹੁੰਦਾ ਹੈ ਅਤੇ ਇਹਨਾਂ ਦੇ ਖੂਨ ਦੀਆਂ ਪਰਤਾਂ ਕੁਝ ਗਰਮ ਹੁੰਦੀਆਂ ਹਨ, ਜਾਨੀ ਕਿ ਇੱਕ ਨਿਸ਼ਚਿਤ ਸੀਮਾ ਦੇ ਅੰਦਰ ਉਹਨਾਂ ਦੇ ਸਰੀਰ ਦਾ ਤਾਪਮਾਨ ਕਾਫੀ ਨਿਰੰਤਰ ਹੁੰਦਾ ਹੈ। ਅੱਗੇ ਅਸੀਂ ਦੇਖਾਂਗੇ ਕਿ
ਮੁਰਗੀਆਂ ਲਈ ਕਿੰਨਾ ਕਿੰਨਾ ਤਾਪਮਾਨ ਹੋਣਾ ਬਹੁਤ ਜ਼ਰੂਰੀ ਹੈ। ਜਿਵੇਂ ਕਿ ਅਸੀਂ ਵੇਖਦੇ ਹਾਂ ਕਿ ਪਹਿਲੇ ਦਿਨ ਦੇ ਵਿੱਚ 32 ਤੋਂ 34 ਡਿਗਰੀ ਸੈਲਸੀਅਸ ਤੱਕ ਤਾਪਮਾਨ ਹੋਣਾ ਬਹੁਤ ਜ਼ਰੂਰੀ ਹੈ, ਜੋ ਕਿ ਉਸ ਦੇ ਵਾਧੇ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਪਹਿਲੇ ਹਫਤੇ ਵਿੱਚ ਉਸ ਦਾ ਤਾਪਮਾਨ ਕੁਛ ਘੱਟ ਜਾਂਦਾ ਹੈ, ਜਿਹੜਾ ਕਿ 30 ਡਿਗਰੀ ਸੈਲਸੀਅਸ ਤੱਕ ਹੁੰਦਾ ਹੈ, ਅਤੇ ਦੂਸਰੇ ਹਫਤੇ ਇਹ ਘਟ ਕੇ 26 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ। ਤੀਸਰੇ ਹਫਤੇ ਵਿੱਚ ਇਹ 22 ਡਿਗਰੀ ਸੈਲਸੀਅਸ ਤੱਕ ਮੰਨਿਆ ਜਾਂਦਾ ਹੈ, ਜੋ ਕਿ ਉਸ ਦੇ ਵਾਧੇ ਲਈ ਬਹੁਤ ਜ਼ਰੂਰੀ ਹੈ, ਅਤੇ ਚੌਥੇ ਹਫਤੇ ਵਿੱਚ ਇਹ ਘਟ ਕੇ 20 ਡਿਗਰੀ ਸੈਲਸੀਅਸ ਤੱਕ ਹੋ ਜਾਂਦਾ ਹੈ। ਤਾਪਮਾਨ ਇੱਕ ਪੋਲਟਰੀ ਫਾਰਮ ਦਾ ਅਨਿੱਖੜਵਾਂ ਅੰਗ ਹੈ, ਜੋ ਕਿ ਇਸ ਦੇ ਵਾਧੇ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ। ਇਸ ਦਾ ਵੱਧ ਹੋਣਾ ਜਾਂ ਘੱਟ ਹੋਣਾ ਇਸ ਦੇ ਵਾਧੇ 'ਤੇ ਅਸਰ ਪਾ ਸਕਦਾ ਹੈ। ਸੋ ਇਸ ਦੇ ਪੋਲਟਰੀ ਫਾਰਮ ਵਿੱਚ ਚੰਗੀ ਤਰ੍ਹਾਂ ਤਾਪਮਾਨ ਦਾ ਧਿਆਨ ਰੱਖਿਆ ਜਾਣਾ ਬਹੁਤ ਹੀ ਲਾਜ਼ਮੀ ਹੈ। ਰੈਲੇਟਿਵ ਹਿਊਮਿਡਿਟੀ ਯਾਨੀ ਕਿ ਤੁਲਨਾਤਮਕ ਨਮੀ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਤੁਲਨਾਤਮਕ ਨਮੀ ਤੋਂ ਭਾਵ ਹੈ ਹਵਾ ਵਿੱਚ ਪਾਣੀ ਦੀ ਮਾਤਰਾ। ਇਹ ਪੋਲਟਰੀ ਘਰ ਵਿੱਚ ਹੀ ਨਹੀਂ, ਸਗੋਂ ਐਨੀਮਲ ਸ਼ੈੱਡ ਵਿੱਚ ਵੀ ਬਹੁਤ ਜ਼ਰੂਰੀ ਧਿਆਨ ਵਿੱਚ ਰੱਖੀ ਜਾਂਦੀ ਹੈ। ਪੋਲਟਰੀ ਘਰਾਂ ਵਿੱਚ ਨਮੀ ਨੂੰ ਇਹ ਨਿਰਧਾਰਿਤ ਕਰਨ ਲਈ ਨਾਪਿਆ ਜਾਂਦਾ ਹੈ ਕਿ ਪੰਛੀਆਂ ਨੂੰ ਸਾਹ ਰਾਹੀਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ, ਤਾਂ ਜੋ ਜਿਹੜੀਆਂ ਜ਼ਿਆਦਾਤਰ ਨਮੀ ਦੇ ਕਾਰਨ ਹੁੰਦੀਆਂ ਹਨ। ਜੇ ਤੁਲਨਾਤਮਕ ਨਮੀ ਬਹੁਤ ਜ਼ਿਆਦਾ ਹੈ ਤਾਂ ਪੋਲਟਰੀ ਘਰ ਵਿੱਚ ਕੰਡੈਂਸੇਸ਼ਨ ਇਕੱਠੀ ਹੋ ਜਾਵੇਗੀ, ਜਿਸ ਦਾ ਸਿੱਧਾ ਅਸਰ ਸੂਖਮ ਜੀਵਾਣੂਆਂ 'ਤੇ ਪਵੇਗਾ, ਅਤੇ ਇਸ ਨਾਲ ਪੋਲਟਰੀ ਪੰਛੀਆਂ ਨੂੰ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ ਹਨ। ਜੇ ਅਸੀਂ ਵੇਖੀਏ ਤਾਂ ਆਈਡੀਅਲ ਰੈਲੇਟਿਵ ਹਿਊਮਿਡਿਟੀ ਪੋਲਟਰੀ ਘਰ ਵਿੱਚ 60 ਤੋਂ 80% ਹੁੰਦੀ ਹੈ, ਜਿਸ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਕਿ ਸੂਖਮ ਜੀਵਾਣੂਆਂ ਰਾਹੀਂ ਪੰਛੀਆਂ ਨੂੰ ਕਿਸੇ ਤਰ੍ਹਾਂ ਦੀ ਬਿਮਾਰੀ ਨਾ ਲੱਗੇ। ਤੀਸਰਾ ਅਤੇ ਸਭ ਤੋਂ ਜ਼ਰੂਰੀ ਮੌਸਮੀ ਕਾਰਕ ਯਾਨੀ ਕਿ ਲਾਈਟ, ਰੌਸ਼ਨੀ। ਅਸੀਂ ਜਿਵੇਂ ਸਭ ਜਾਣਦੇ ਹਾਂ ਕਿ ਲਾਈਟ ਬਹੁਤ ਹੀ ਅਨਿੱਖੜਵਾਂ ਅੰਗ ਹੈ ਪੋਲਟਰੀ ਸ਼ੈੱਡ ਦਾ। ਰੌਸ਼ਨੀ ਬਹੁਤ ਹੀ ਜ਼ਰੂਰੀ ਕਾਰਕ ਹੈ ਤਾਂ ਜੋ ਕਿ ਪੋਲਟਰੀ ਇੰਡਸਟਰੀ ਨੂੰ ਸਫਲਤਾਪੂਰਵਕ ਚਲਾਇਆ ਜਾ ਸਕੇ। ਇਸ ਲਈ ਅਸੀਂ ਤਿੰਨਾਂ ਗੱਲਾਂ ਦਾ ਬਹੁਤ ਜ਼ਰੂਰੀ ਧਿਆਨ ਰੱਖਦੇ ਹਾਂ। ਪਹਿਲਾ, ਲਾਈਟ ਦੀ ਵੇਵਲੈਂਥ, ਦੂਸਰਾ ਤੀਬਰਤਾ, ਤੀਸਰਾ ਰੌਸ਼ਨੀ ਦੇਣ ਦਾ ਸਮਾਂ। ਇਸ ਨੂੰ ਅਸੀਂ ਨੈਚੁਰਲੀ ਤਰੀਕੇ ਨਾਲ ਸਿੱਧਾ ਸੂਰਜ ਤੋਂ ਵੀ ਦਿੰਦੇ ਹਾਂ, ਅਤੇ ਜੇ ਸਾਨੂੰ ਲੋੜ ਪਵੇ ਤਾਂ ਅਸੀਂ ਆਰਟੀਫਿਸ਼ਲੀ ਵੀ ਪੰਛੀਆਂ ਨੂੰ ਦਿੰਦੇ ਹਾਂ। ਬਹੁਤ ਛੋਟੇ ਛੋਟੇ ਪੰਛੀਆਂ ਨੂੰ ਅਸੀਂ ਆਰਟੀਫਿਸ਼ਲੀ ਤੌਰ 'ਤੇ ਲਾਈਟ ਪ੍ਰਦਾਨ ਕਰਦੇ ਹਾਂ ਤਾਂ ਕਿ ਉਹ ਸਫਲਤਾਪੂਰਵਕ ਆਪਣਾ ਜੀਵਨ ਚੱਕਰ ਪੂਰਾ ਕਰ ਸਕਣ। ਇਹ ਇੱਕ ਅਨਿੱਖੜਵਾਂ ਅੰਗ ਹੈ ਪੋਲਟਰੀ ਸ਼ੈੱਡ ਦਾ। ਅੱਗੇ ਹੈ ਮੇਨਟੇਨੈਂਸ, ਕਲੀਨਿਨੈਸ ਐਂਡ ਹਾਈਜਨ ਇਨ ਪੋਲਟਰੀ ਹਾਊਸ, ਯਾਨੀ ਕਿ ਪੋਲਟਰੀ ਹਾਊਸ ਦਾ ਰੱਖ ਰਖਾਅ ਅਤੇ ਸਾਫ਼ ਸਫਾਈ। ਜਿਵੇਂ ਅਸੀਂ ਕੁਝ ਪੋਲਟਰੀ ਹਾਊਸ ਵੇਖਦੇ ਹਾਂ, ਉਹ ਇੰਨੇ ਸਾਫ਼ ਸੁਥਰੇ ਨਹੀਂ ਹੁੰਦੇ, ਜੋ ਕਿ ਪੰਛੀਆਂ ਦੀ ਬਿਮਾਰੀ ਦਾ ਇੱਕ ਬਹੁਤ ਵੱਡਾ ਕਾਰਨ ਬਣ ਸਕਦੇ ਹਨ। ਸਿਹਤਮੰਦ ਪੋਲਟਰੀ ਫਾਰਮ ਚਲਾਉਣ ਲਈ ਪੋਲਟਰੀ ਉਤਪਾਦਨ ਪ੍ਰਣਾਲੀ ਵਿੱਚ ਸਿਹਤ ਅਤੇ ਸਫਾਈ ਸੰਭਾਲ ਬਹੁਤ ਹੀ ਜ਼ਰੂਰੀ ਹੈ। ਅਸੀਂ ਕਹਿ ਸਕਦੇ ਹਾਂ ਕਿ ਇੱਕ ਪੂਰਨ ਤੌਰ 'ਤੇ ਸਾਂਭ ਸੰਭਾਲ 'ਤੇ ਹੀ ਨਿਰਭਰ ਕਰਦਾ ਹੈ ਪੋਲਟਰੀ ਹਾਊਸ। ਇਸ ਵਿੱਚ ਪੰਛੀਆਂ ਦੇ ਰਹਿਣ ਵਾਲੀ ਜਗ੍ਹਾ ਅਤੇ ਸਿਹਤ ਦੀ ਦੇਖਭਾਲ ਸ਼ਾਮਿਲ ਹੈ। ਹੇਠ ਲਿਖੇ ਕੁਝ ਤਰੀਕਿਆਂ ਨਾਲ ਅਸੀਂ ਪੋਲਟਰੀ ਪੰਛੀਆਂ ਦੀ ਚੰਗੀ ਸਫਾਈ ਨੂੰ ਯਕੀਨੀ ਬਣਾ ਸਕਦੇ ਹਾਂ ਅਤੇ ਫਾਰਮ ਨੂੰ ਬਿਮਾਰੀ ਮੁਕਤ ਰੱਖ ਸਕਦੇ ਹਾਂ। ਸਭ ਤੋਂ ਪਹਿਲਾਂ ਫਾਰਮ ਵਿੱਚ ਪ੍ਰੋਸੈਸਿੰਗ ਕੰਮਾਂ ਲਈ ਜਿੰਨਾ ਵੀ ਸਮਾਨ ਸੰਭਵ ਹੋ ਸਕੇ ਉਹ ਸਥਿਤ ਹੋਣਾ ਚਾਹੀਦਾ ਹੈ, ਤਾਂ ਕਿ ਅਸੀਂ ਬਾਹਰੋਂ ਨਾ ਕੁਛ ਮੰਗਾਈਏ ਅਤੇ ਨਾ ਹੀ ਜਿਸ ਨਾਲ ਕੀਟਾਣੂ ਆਉਣ ਅਤੇ ਬਿਮਾਰੀਆਂ ਫੈਲਣ। ਦੂਸਰਾ, ਪੋਲਟਰੀ ਹਾਊਸ ਵਿੱਚ ਪਏ ਹੋਏ ਸਾਰੇ ਇਕਵਿਪਮੈਂਟ ਨੂੰ ਚੰਗੀ ਤਰ੍ਹਾਂ ਗਰਮ ਪਾਣੀ ਵਿੱਚ ਡਿਟਰਜੈਂਟ ਅਤੇ ਕੀਟਾਣੂਨਾਸ਼ਕ ਪਾ ਕੇ ਚੰਗੀ ਤਰ੍ਹਾਂ ਸਾਫ਼ ਕਰਨੇ ਚਾਹੀਦੇ ਹਨ, ਜਿਵੇਂ ਕਿ ਕਲੋਰੀਨ ਬੇਸਡ ਫਾਰਮੈਲਡੀਹਾਈਡ 2% ਕਾਸਟਿਕ ਸੋਡਾ ਸੋਲਿਊਸ਼ਨ ਔਰ 1% ਕੁਆਟਰਨਰੀ ਅਮੋਨੀਅਮ ਕੰਪਾਊਂਡ ਸੋਲਿਊਸ਼ਨ। ਇਹਨਾਂ ਨੂੰ ਸਾਫ਼ ਪਾਣੀ ਦੇ ਘੋਲ ਵਿੱਚ ਪਾ ਕੇ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ। ਤੀਸਰਾ,
ਮੀਟ ਅਤੇ ਅੰਡੇ ਬਿਮਾਰੀ ਰਹਿਤ ਝੁੰਡ ਤੋਂ ਹੀ ਖਰੀਦਣੇ ਚਾਹੀਦੇ ਹਨ ਤਾਂ ਕਿ ਇਹ ਅੱਗੇ ਬਿਮਾਰੀਆਂ ਪ੍ਰਦਾਨ ਨਾ ਕਰ ਸਕਣ। ਹਰ ਪੋਲਟਰੀ ਘਰ ਵਿੱਚ ਸਿਰਫ ਇੱਕ ਉਮਰ ਦੇ ਪੰਛੀਆਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਵੱਖ-ਵੱਖ ਉਮਰ ਦੇ ਪੰਛੀਆਂ ਦਾ ਇੱਕ ਦੂਜੇ ਨੂੰ ਨੁਕਸਾਨ ਪਹੁੰਚਾਉਣ ਦਾ ਡਰ ਰਹਿੰਦਾ ਹੈ। ਖਾਸ ਕਰਕੇ ਛੋਟੇ ਚੂਚਿਆਂ ਅਤੇ ਵੱਡੇ ਪੰਛੀਆਂ ਨੂੰ ਇੱਕ ਦੂਜੇ ਤੋਂ ਦੂਰ ਰੱਖਣਾ ਚਾਹੀਦਾ ਹੈ। ਪੰਛੀਆਂ ਦੀ ਫੀਡ ਸਹੀ ਪੈਕੇਜਿੰਗ ਜਾਂ ਥੋਕ ਟਰਾਂਸਪੋਰਟ ਦੁਆਰਾ ਹੀ ਖਰੀਦੀ ਜਾਵੇ। ਪੰਛੀਆਂ ਦੀ ਖੁਰਾਕ ਚੰਗੀ ਮਾਤਰਾ ਵਿੱਚ ਅਤੇ ਜਾਣ ਪਛਾਣ ਵਾਲੇ ਸਰੋਤ ਤੋਂ ਹੀ ਖਰੀਦੀ ਜਾਣੀ ਚਾਹੀਦੀ ਹੈ ਤਾਂ ਕਿ ਪੋਲਟਰੀ ਸ਼ੈੱਡ ਨੂੰ ਮੇਨਟੇਨ ਕਰਨ ਵਿੱਚ ਕੋਈ ਵੀ ਰੁਕਾਵਟ ਨਾ ਆਵੇ। ਪੋਲਟਰੀ ਫਾਰਮ ਦੀ ਸਫਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਬਹੁਤ ਜ਼ਰੂਰੀ ਹੈ ਕਿ ਡਰਟੀ ਲਿਟਰ ਅਤੇ ਪੋਲਟਰੀ ਪਸ਼ੂਆਂ ਦੀਆਂ ਡ੍ਰੌਪਿੰਗਸ ਹਰ ਰੋਜ਼ ਫਾਰਮ ਵਿੱਚੋਂ ਹਟਾਉਣੀਆਂ ਲਾਜ਼ਮੀ ਹੋਣ ਕਿਉਂਕਿ ਇਹ ਬਹੁਤ ਹੀ ਤਰ੍ਹਾਂ ਦੀਆਂ ਬਿਮਾਰੀਆਂ ਫੈਲਾਉਂਦੀਆਂ ਹਨ ਅਤੇ ਇਸ ਲਈ ਪੋਲਟਰੀ ਫਾਰਮ ਦੀ ਰੋਜ਼ਾਨਾ ਸਫਾਈ ਹੋਣੀ ਬਹੁਤ ਹੀ ਜ਼ਰੂਰੀ ਹੈ। ਪੰਛੀਆਂ ਨੂੰ ਬਹੁਤ ਜ਼ਿਆਦਾ ਗਰਮੀ ਵਿੱਚ ਅਤੇ ਜ਼ਿਆਦਾ ਭੀੜ ਤੋਂ ਰੋਕਿਆ ਜਾਵੇ ਤਾਂ ਜੋ ਉਹ ਬਿਮਾਰੀਆਂ ਤੋਂ ਬਚ ਸਕਣ। ਪੋਲਟਰੀ ਘਰ ਹਵਾਦਾਰ ਹੋਣੇ ਚਾਹੀਦੇ ਹਨ ਜਿਸ ਵਿੱਚ ਸਹੀ ਤਾਪਮਾਨ ਅਤੇ ਨਮੀ ਨੂੰ ਯਕੀਨੀ ਬਣਾਇਆ ਜਾ ਸਕੇ ਜਿਵੇਂ ਕਿ ਅਸੀਂ ਪਹਿਲਾਂ ਮੌਸਮੀ ਕਾਰਕਾਂ ਵਿੱਚ ਪੜ੍ਹ ਚੁੱਕੇ ਹਾਂ ਜੋ ਕਿ ਇੱਕ ਮਹੱਤਵਪੂਰਨ ਰੋਲ ਪਲੇ ਕਰਦੇ ਹਨ। ਸਾਰੇ ਸਟਾਫ ਜੋ ਕਿ ਪੋਲਟਰੀ ਹਾਊਸ ਵਿੱਚ ਕੰਮ ਕਰਦੇ ਹਨ ਉਹਨਾਂ ਦੇ ਕੱਪੜੇ, ਜੁੱਤੀਆਂ ਅਤੇ ਬਾਕੀ ਸਮੱਗਰੀ ਵਿੱਚ ਸਫਾਈ ਦਾ ਮੁੱਖ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਪੋਲਟਰੀ ਹਾਊਸ ਵਿੱਚ ਪ੍ਰਵੇਸ਼ ਕਰਨ ਲਈ ਇੱਕ ਫੁੱਟਬਾਥ ਐਂਟਰੈਂਸ ਦੇ ਕੋਲ ਹੋਣਾ ਚਾਹੀਦਾ ਹੈ ਜਿਸ ਵਿੱਚ ਕੀਟਾਣੂਨਾਸ਼ਕ ਪਾਇਆ ਹੋਵੇ ਅਤੇ ਇਸ ਦੀ ਵਰਤੋਂ ਨੂੰ ਲਾਜ਼ਮੀ ਕੀਤਾ ਜਾਵੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਾ ਫੈਲੇ। ਪੋਲਟਰੀ ਝੁੰਡ ਵਿੱਚ ਬਿਮਾਰੀ ਦੇ ਪਹਿਲੇ ਨਿਸ਼ਾਨ ਦਿਖਦਿਆਂ ਹੀ ਵੈਟਰਨਰੀ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਜੇ ਵੈਟਰਨਰੀ ਡਾਕਟਰ ਨਾ ਹੋਵੇ ਤਾਂ ਬਿਮਾਰ ਪੰਛੀਆਂ ਨੂੰ ਮਾਰ ਦਿੱਤਾ ਜਾਵੇ ਤਾਂ ਜੋ ਬਿਮਾਰੀ ਦੀ ਰੋਕਥਾਮ ਹੋ ਸਕੇ ਅਤੇ ਮਰੇ ਹੋਏ ਪੰਛੀਆਂ ਨੂੰ ਜਿੰਨੀ ਜਲਦੀ ਹੋ ਸਕੇ ਪੋਲਟਰੀ ਹਾਊਸ ਵਿੱਚੋਂ ਕੱਢ ਕੇ ਜਾਂ ਤਾਂ ਸਾੜ ਦਿੱਤਾ ਜਾਵੇ ਤੇ ਜਾਂ ਡੂੰਘੀ ਜਗ੍ਹਾ 'ਤੇ ਦਫਨ ਕਰ ਦਿੱਤਾ ਜਾਵੇ ਤਾਂ ਕਿ ਬਾਕੀ ਪੰਛੀਆਂ ਨੂੰ ਬਿਮਾਰੀਆਂ ਤੋਂ ਬਚਾ ਸਕੇ। ਹਾਲਾਂਕਿ ਪੋਲਟਰੀ ਸ਼ੈੱਡ ਨੂੰ ਚੂਹੇ ਅਤੇ ਕੀੜੇ ਮਕੌੜੇ ਦੀ ਰੋਕਥਾਮ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਹੀ ਡਿਜ਼ਾਈਨ ਕੀਤਾ ਜਾਂਦਾ ਹੈ ਪਰ ਫਿਰ ਵੀ ਇਹ ਫੀਡ ਸਟੋਰ 'ਤੇ ਹਮਲਾ ਕਰ ਦਿੰਦੇ ਹਨ ਸੋ ਇਸ ਕਰਕੇ ਇਹਨਾਂ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਕਿ ਇਹ ਪੋਲਟਰੀ ਫਾਰਮ ਵਿੱਚ ਜ਼ਿਆਦਾ ਗੰਦਗੀ ਨਾ ਫੈਲਾ ਸਕਣ। ਬਿੱਲੀਆਂ, ਕੁੱਤੇ ਅਤੇ ਹੋਰ ਜਾਨਵਰਾਂ ਨੂੰ ਪੋਲਟਰੀ ਫਾਰਮ ਵਿੱਚ ਐਂਟਰ ਹੋਣ ਤੋਂ ਰੋਕਿਆ ਜਾਵੇ। ਬੱਚਿਆਂ ਨੂੰ ਵੀ ਸਿਰਫ ਅੰਡਰ ਇੰਸਟਰਕਸ਼ਨ ਹੀ ਪੋਲਟਰੀ ਸ਼ੈੱਡ ਵਿੱਚ ਦਾਖਲ ਹੋਣ ਦਿੱਤਾ ਜਾਣਾ ਚਾਹੀਦਾ ਹੈ। ਡਿਸਪੋਜ਼ਲ ਆਫ ਪੋਲਟਰੀ ਵੇਸਟ ਯਾਨੀ ਕਿ ਪੋਲਟਰੀ ਵੇਸਟ ਨੂੰ ਡਿਸਪੋਜ਼ ਕਰਨਾ ਬਹੁਤ ਹੀ ਜ਼ਰੂਰੀ ਹੈ। ਜੇ ਇਸ ਨੂੰ ਪ੍ਰੋਪਰਲੀ ਡਿਸਪੋਜ਼ ਨਾ ਕੀਤਾ ਗਿਆ ਤਾਂ ਇਹ ਇੱਕ ਪ੍ਰਦੂਸ਼ਕ ਦੇ ਤੌਰ 'ਤੇ ਕੰਮ ਕਰਨ ਲੱਗ ਪੈਂਦਾ ਹੈ। ਪੋਲਟਰੀ ਫੈਦਰਸ ਯਾਨੀ ਕਿ ਮੁਰਗੀਆਂ ਦੇ ਖੰਭ ਇਹਨਾਂ ਨੂੰ ਕੈਮੀਕਲੀ ਅਤੇ ਬਾਇਓਲੋਜੀਕਲ ਜਦੋਂ ਮਾਈਕਰੋਬਸ ਦੇ ਨਾਲ ਟਰੀਟ ਕੀਤਾ ਜਾਂਦਾ ਹੈ ਇਸ ਨਾਲ ਇਸ ਦੀ ਨਿਊਟ੍ਰੀਟਿਵ ਵੈਲਿਊ ਵੱਧ ਜਾਂਦੀ ਹੈ ਅਤੇ ਇਹ ਵੇਸਟ ਨੂੰ ਅਸੀਂ ਐਨੀਮਲ ਫੀਡ ਵਜੋਂ ਵੀ ਵਰਤ ਸਕਦੇ ਹਾਂ। ਇਹਨਾਂ ਨੂੰ ਬਾਇਓਲੋਜੀਕਲੀ ਅਸੀਂ ਫੀਡ ਸਪਲੀਮੈਂਟਸ, ਬਾਇਓਡੀਜ਼ਲ ਅਤੇ ਬਾਇਓਡਿਗ੍ਰੇਡੇਬਲ ਪਲਾਸਟਿਕ ਜਾਂ ਆਰਗੈਨਿਕ ਖਾਦਾਂ ਦੇ ਰੂਪ ਵਿੱਚ ਵੀ ਵਰਤ ਸਕਦੇ ਹਾਂ ਜੋ ਕਿ ਬਹੁਤ ਹੀ ਫਾਇਦੇਮੰਦ ਸਿੱਧ ਹੁੰਦਾ ਹੈ। ਰੀਸਾਈਕਲਿੰਗ ਪੋਲਟਰੀ ਵੇਸਟ ਯਾਨੀ ਕਿ ਪੋਲਟਰੀ ਵੇਸਟ ਨੂੰ ਅੱਜ ਕੱਲ੍ਹ ਰੀਸਾਈਕਲਿੰਗ ਕਰਕੇ ਖਾਦ ਤਿਆਰ ਕੀਤੀ ਜਾਂਦੀ ਹੈ ਜੋ ਕਿ ਖੇਤੀ ਉਤਪਾਦਨ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋ ਰਹੀ ਹੈ। ਹੁਣ ਵਾਲੇ ਸਾਲਾਂ ਦੇ ਵਿੱਚ ਪੋਲਟਰੀ ਪੌਸ਼ਟਿਕ ਮਾਹਿਰ ਦੱਸਦੇ ਹਨ ਕਿ ਪੋਲਟਰੀ ਖਾਦ ਬਹੁਤ ਹੀ ਜ਼ਿਆਦਾ ਲਾਹੇਵੰਦ ਹੈ ਜੇ ਉਸ ਨੂੰ ਸੁਚੱਜੇ ਢੰਗ ਨਾਲ ਖੇਤੀਬਾੜੀ ਵਿੱਚ ਵਰਤਿਆ ਜਾਵੇ। ਪੋਲਟਰੀ ਡ੍ਰੌਪਿੰਗਸ ਹੁਣ ਬਹੁਤ ਹੀ ਵਧੀਆ ਇੱਕ ਵੇਸਟ ਕੰਸੀਡਰ ਕੀਤਾ ਜਾਂਦਾ ਹੈ ਜੋ ਕਿ ਐਜ਼ ਆ ਮਨਿਓਰ ਖੇਤਾਂ ਦੇ ਵਿੱਚ ਵਰਤਿਆ ਜਾਂਦਾ ਹੈ ਜਾਂ ਇੱਕ ਫੀਡ ਇਨਗਰੀਡੀਐਂਟ ਬਣ ਗਿਆ ਹੈ ਖੇਤੀਬਾੜੀ ਵਾਸਤੇ। ਡਰਾਇੰਗ ਭਾਵ ਪੋਲਟਰੀ ਵੇਸਟ ਨੂੰ ਸੁਕਾਉਣਾ ਇਹ ਇੱਕ ਬਹੁਤ ਹੀ ਪੁਰਾਣਾ ਤਰੀਕਾ ਹੈ ਪੋਲਟਰੀ ਵੇਸਟ ਨੂੰ ਡਿਸਪੋਜ਼ ਕਰਨ ਦਾ। ਇਸ ਵਿੱਚ ਪੋਲਟਰੀ ਡ੍ਰੌਪਿੰਗਸ ਨੂੰ
ਧੁੱਪੇ ਸੁਕਾਇਆ ਜਾਂਦਾ ਹੈ ਅਤੇ ਬਾਅਦ ਵਿੱਚ ਐਜ਼ ਆ ਮਨਿਓਰ ਲਾਈਵ ਸਟਾਕ ਦੇ ਵੇਸਟ ਨੂੰ ਮਿਲਾ ਕੇ ਯੂਜ਼ ਕੀਤਾ ਜਾਂਦਾ ਹੈ। ਇਸ ਵਿੱਚ ਡਾਇਰੈਕਟਲੀ ਪੋਲਟਰੀ ਡ੍ਰੌਪਿੰਗਸ ਨੂੰ ਸੂਰਜ ਵਿੱਚ ਸੁਕਾਇਆ ਜਾਂਦਾ ਹੈ ਅਤੇ ਇਹ ਇੱਕ ਬਹੁਤ ਹੀ ਪੁਰਾਣਾ ਪ੍ਰੋਸੈਸਿੰਗ ਦਾ ਤਰੀਕਾ ਹੈ। ਡਾਇਰੈਕਟ ਕੰਬਸਸ਼ਨ ਐਂਡ ਇਨਸਾਈਨਰੇਸ਼ਨ, ਇਸ ਤੋਂ ਭਾਵ ਹੈ ਕਿ ਪੋਲਟਰੀ ਪਸ਼ੂਆਂ ਦੀ ਰਹਿੰਦ ਖੂੰਹਦ ਨੂੰ ਡਾਇਰੈਕਟਲੀ ਸਾੜਨਾ, ਜਿਸ ਤੋਂ ਰੀਨਿਊਏਬਲ ਐਨਰਜੀ ਪੈਦਾ ਹੁੰਦੀ ਹੈ ਅਤੇ ਬਚੀ ਹੋਈ ਸਵਾਦ ਤੋਂ ਖਾਦ ਪੈਦਾ ਕੀਤੀ ਜਾਂਦੀ ਹੈ। ਇਹ ਨਿਊਟ੍ਰੀਐਂਟ ਲੂਪਸ ਨੂੰ ਪੋਲਟਰੀ ਇੰਡਸਟਰੀ ਵਿੱਚ ਦੂਰ ਕਰਦੀ ਹੈ ਅਤੇ ਬਹੁਤ ਹੀ ਲਾਹੇਵੰਦ ਸਾਬਿਤ ਹੁੰਦੀ ਹੈ। ਅਨਐਰੋਬਿਕ ਡਾਈਜੈਸ਼ਨ, ਯਾਨੀ ਕਿ ਇਹ ਪ੍ਰੋਸੈਸ ਆਕਸੀਜਨ ਦੀ ਐਬਸੈਂਸ ਦੇ ਵਿੱਚ ਹੁੰਦਾ ਹੈ ਅਤੇ ਕਲੋਜ਼ਡ ਲੂਪ ਸਿਸਟਮ ਨੂੰ ਪ੍ਰਮੋਟ ਕਰਦਾ ਹੈ ਪੋਲਟਰੀ ਇੰਡਸਟਰੀ ਵਿੱਚ। ਇਹ ਪ੍ਰੋਸੈਸ ਨਿਊਟ੍ਰੀਐਂਟ ਦੀ ਸ਼ਮਤਾ ਨੂੰ ਘਟਾ ਦਿੰਦਾ ਹੈ ਜਾਂ ਸਟੇਬਲਾਈਜ਼ ਕਰ ਦਿੰਦਾ ਹੈ, ਯਾਨੀ ਕਿ ਇਸ ਵਿੱਚ ਆਰਗੈਨਿਕ ਪੋਲਟਰੀ ਵੇਸਟ ਇਨਕਲੂਡ ਹੁੰਦੇ ਹਨ, ਜਿਵੇਂ ਕਿ ਉਹਨਾਂ ਦੀਆਂ ਡ੍ਰੌਪਿੰਗਸ, ਅਤੇ ਉਹਨਾਂ ਦੀ ਨਿਊਟ੍ਰੀਟਿਵ ਵੈਲਿਊ ਇਸ ਵਿੱਚ ਥੋੜ੍ਹੀ ਘੱਟ ਜਾਂਦੀ ਹੈ। ਕੰਪੋਸਟਿੰਗ, ਜੋ ਕਿ ਇੱਕ ਕੁਦਰਤੀ ਅਤੇ ਜੀਵ ਵਿਗਿਆਨਿਕ ਪ੍ਰਕਿਰਿਆ ਹੈ। ਇਸ ਵਿੱਚ ਮਾਈਕਰੋਬੀਅਲ ਐਕਟੀਵਿਟੀਜ਼ ਇੱਕ ਬਹੁਤ ਹੀ ਵਧੀਆ ਰੋਲ ਪਲੇ ਕਰਦੇ ਹਨ। ਮਾਈਕਰੋਬੀਅਲ ਪਾਪੂਲੇਸ਼ਨ ਅੰਡਰ ਇਨਕਰੀਜ਼ਿੰਗ ਟੈਂਪਰੇਚਰ ਇਹ ਆਰਗੈਨਿਕ ਮਟੀਰੀਅਲ ਨੂੰ ਕਾਰਬਨ ਡਾਈਆਕਸਾਈਡ, ਵਾਟਰ, ਮਿਨਰਲਸ ਅਤੇ ਸਟੇਬਲਾਈਜ਼ਡ ਆਰਗੈਨਿਕ ਮੈਟਰ ਵਿੱਚ ਤੋੜ ਦਿੰਦੇ ਹਨ, ਜੋ ਕਿ ਇੱਕ ਖਾਦ ਦਾ ਕੰਮ ਕਰਦੇ ਹਨ। ਪੋਲਟਰੀ ਵੇਸਟ ਮੈਨੇਜਮੈਂਟ ਮੁਸ਼ਕਿਲ ਅਤੇ ਚੁਣੌਤੀਪੂਰਵਕ ਹੈ, ਕਿਉਂਕਿ ਇਸ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਫਸਲਾਂ, ਮਿੱਟੀ, ਪਾਣੀ, ਹਵਾ ਦੀ ਕੁਆਲਿਟੀ ਅਤੇ ਗੰਧ ਵਿੱਚ ਨਾਈਟ੍ਰੇਟ ਅਤੇ ਭਾਰੀ ਧਾਤ ਦੀ ਗੰਦਗੀ, ਮਰੇ ਹੋਏ ਅਤੇ ਬਿਮਾਰ ਪੋਲਟਰੀ ਪੰਛੀ ਅਤੇ ਖਾਣੇ ਦੀ ਸੁਰੱਖਿਆ ਦਾ ਨਿਪਟਾਰਾ ਕਰਨਾ ਬਹੁਤ ਹੀ ਔਖਾ ਹੈ। ਸਲੌਟਰ ਹਾਊਸਿਸ ਵੇਸਟ, ਜਿਵੇਂ ਕਿ ਖੰਭ, ਖੂਨ ਅਤੇ ਅੰਦਰੂਨੀ ਪਦਾਰਥਾਂ ਦੀ ਪ੍ਰੋਸੈਸਿੰਗ ਕਰਕੇ ਉਹਨਾਂ ਨੂੰ ਐਨੀਮਲ ਫੀਡ ਵਜੋਂ ਵਰਤਿਆ ਜਾਂਦਾ ਹੈ, ਜੋ ਕਿ ਇੱਕ ਫਰਟੀਲਾਈਜ਼ਰ ਦਾ ਵੀ ਕੰਮ ਕਰਦੇ ਹਨ। ਇਸ ਵਿੱਚ ਨਾਈਟ੍ਰੋਜਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜੋ ਕਿ ਬਹੁਤ ਹੀ ਜ਼ਿਆਦਾ ਲਾਹੇਵੰਦ ਪੈਦਾ ਹੁੰਦੀ ਹੈ। ਸੋ ਇਸ ਦੇ ਨਾਲ ਹੀ ਸਾਡਾ ਅੱਜ ਦਾ ਲੈਕਚਰ ਖਤਮ ਹੁੰਦਾ ਹੈ ਅਤੇ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਅਕਮੋਡੇਸ਼ਨ ਆਫ ਪੋਲਟਰੀ ਹਾਊਸ ਕੁਝ ਹੱਦ ਤੱਕ ਸਮਝ ਆਇਆ ਹੋਵੇਗਾ। ਇਸ ਵਿੱਚ ਅਸੀਂ ਪੋਲਟਰੀ ਪੰਛੀਆਂ ਦੀ ਰਹਿਣ, ਉਹਨਾਂ ਦੀ ਦੇਖਭਾਲ ਬਾਰੇ ਕਾਫੀ ਜਾਣਕਾਰੀ ਪ੍ਰਾਪਤ ਕੀਤੀ ਹੈ। ਧੰਨਵਾਦ।